ਵਿਕਰਮਜੀਤ ਸਿੰਘ ਨੇ ਜੋ ਇਹ ਇੱਕ ਸ਼ਬਦ ਲਿਖਿਆ ਹੈ, ਪਹਿਲਾਂ ਮੈਂ ਇਹ ਜੋ ਉੱਪਰ ਲਿਖਿਆ ਹੋਇਆ ਹੈ ਇਹ ਪੜ੍ਹ ਦਿੰਦਾ ਹਾਂ ਤਾਂ ਕਿ ਦੂਸਰੇ ਗਰੁੱਪ ਵਾਲੇ ਵੀ ਸੁਣ ਲੈਣ। ਸੰਤ ਜੀ ਆਪ ਜੀ ਕਿਰਪਾ ਸਦਕਾ ਹੁਣ ਲੱਗਦਾ ਹੈ ਕਿ ਕੁਝ ਮਿਲ ਰਿਹਾ ਹੈ। ਕੀ ਮਿਲ ਰਿਹਾ ਹੈ ਪਤਾ ਨਹੀਂ। ਬੁੱਧੀ ਵਿੱਚ ਖਾਲੀਪਨ ਆ ਰਿਹਾ ਹੈ। ਇੱਦਾਂ ਲੱਗਦਾ ਕੁਝ ਆਇਆ ਹੈ ਹਿਰਦੇ ਵਿੱਚ। ਕੀ ਆਇਆ ਹੈ ਪਤਾ ਨਹੀਂ। ਹਰ ਰੋਜ਼ ਆਪਣਾ ਆਪ ਸਤਿਗੁਰੂ ਵੱਲ ਖਿੱਚਿਆ ਪ੍ਰਤੀਤ ਹੁੰਦਾ ਹੈ। ਪੂਰਨ ਸ਼ਾਂਤੀ ਨਹੀਂ ਹੈ ਪਰ ਕੁਝ ਅਜੀਬ ਹੈ। ਮਨ ਕਹਿੰਦਾ ਹੈ ਕਿ ਛੱਡ ਪਰੇ ਜੋ ਵੀ ਹੈ, ਅੱਗੇ ਚੱਲ। ਦੁਨੀਆ ਦੀ ਪਰਵਾਹ ਨਾ ਕਰ। ਕੀ ਸਭ ਕੁਝ ਮੇਰੇ ਮਨ ਦੀ ਕਲਪਨਾ ਹੈ? ਪਤਾ ਨਹੀਂ। ਆਪ ਜੀ ਕੁਝ ਕਹੋ ਜੀ। ਮਨ ਜਦੋਂ ਸੋਚਣ ਲੱਗ ਪਵੇ ਨਾ, ਉਦੋਂ ਹੀ ਮਨ ਦੀ ਕਲਪਨਾ ਸ਼ੁਰੂ ਹੋ ਜਾਂਦੀ ਹੈ। ਹੁਣ ਕੁਝ ਹੋ ਰਿਹਾ ਹੈ, ਕੁਝ ਆਇਆ ਹੈ, ਤੇ ਜੋ ਕੁਝ ਹੋ ਰਿਹਾ ਹੈ, ਜੋ ਕੁਝ ਆ ਰਿਹਾ ਹੈ, ਅਗਰ ਉਹਦੀ ਤੁਸੀਂ ਵਿਚਾਰ ਕਰਨੀ ਸ਼ੁਰੂ ਕਰਦੇ ਹੋ ਤੇ ਫਿਰ ਮਨ ਦੀ ਕਲਪਨਾ ਬਣ ਜਾਂਦੀ ਹੈ। ਖਿਆਲ ਵਿੱਚ ਰੱਖੋ, ਕੁਛ ਐਸਾ ਹੈ ਜਿਹਦੀ ਵਿਆਖਿਆ ਨਹੀਂ ਹੋ ਸਕਦੀ, ਤੇ ਵਿਆਖਿਆ ਕਰਕੇ ਤੁਸੀਂ ਜੋ ਹੋਇਆ ਹੈ ਨਾ ਜਾਂ ਹੋ ਰਿਹਾ ਹੈ, ਉਹਨੂੰ ਤੁਸੀਂ ਮਨ ਦੇ ਤਲ ਤੇ ਲੈ ਆਉਂਦੇ ਹੋ। ਜੋ ਮਨ ਤੋਂ ਪਾਰ ਸੀ, ਕਿਉਂਕਿ ਜੋ ਮਨ ਤੋਂ ਪਾਰ ਸੀ ਉਹਦੀ ਵਿਆਖਿਆ ਕਰੋਗੇ ਤੇ ਮਨ ਦੇ ਤਲ ਤੇ ਹੀ ਆ ਜਾਣ। ਜਿਵੇਂ ਪਰਮਾਤਮਾ ਦੀ ਕੋਈ ਵਿਆਖਿਆ ਕਰੇ ਤਾਂ ਮਨ ਦੇ ਤਲ ਤੇ ਹੀ ਆ ਗਿਆ ਨਾ। ਹੁਣ ਪਰਮਾਤਮਾ ਦੀ ਵਿਆਖਿਆ ਤੇ ਹੁੰਦੀ ਨਹੀਂ, ਕਰੋਗੇ ਤਾਂ ਮਨ ਦਾ ਹਿੱਸਾ ਬਣ ਜਾਂਦਾ ਹੈ। ਜਿਵੇਂ ਕੱਲ੍ਹ ਹੀ ਗੁਰਪ੍ਰੀਤ ਸਿੰਘ ਨੇ ਇੱਕ ਆਡੀਓ ਰਿਕਾਰਡਿੰਗ ਰਾਹੀਂ ਕਿਹਾ ਹੈ ਕਿ ਜਦੋਂ ਦਾ ਮੈਂ ਤੁਹਾਡੇ ਕੋਲੋਂ ਗਿਆ ਹਾਂ ਵਾਪਸ ਘਰ, ਉਦੋਂ ਦਾ ਕਦੇ ਕਦੇ ਮੈਨੂੰ ਐਸਾ ਮਹਿਸੂਸ ਹੁੰਦਾ ਸੀ ਕਿ ਮੈਂ ਕਿਸੇ ਦੇ ਨਾਲ ਗੱਲ ਕਰ ਰਿਹਾ ਹਾਂ ਜਾਂ ਕੁਛ ਕਹਿ ਰਿਹਾ ਹਾਂ, ਵੀ ਜੋ ਕਹਿਣ ਵਾਲਾ ਹੈ, ਗੱਲ ਕਰਨ ਵਾਲਾ ਹੈ, ਉਹ ਗੁਰਪ੍ਰੀਤ ਹੋਰ ਹੈ, ਨਕਲੀ ਹੈ। ਤੇ ਪਹਿਲਾਂ ਤੇ ਕਹਿੰਦਾ ਮੈਨੂੰ ਇਉਂ ਲੱਗਦਾ ਵੀ ਸ਼ਾਇਦ ਮਨ ਦਾ ਹੀ ਖੇਲ ਹੈ, ਪਰ ਇਹ ਵਾਰ-ਵਾਰ ਹੁਣ ਵੀ ਹੁੰਦਾ ਹੈ ਵੀ ਕਦੇ ਕਦੇ ਐਸਾ ਮਹਿਸੂਸ ਹੁੰਦਾ ਹੈ ਵੀ ਜੋ ਕਹਿ ਰਿਹਾ ਹੈ, ਸੁਣ ਰਿਹਾ ਹੈ, ਗੱਲ ਕਰ ਰਿਹਾ ਹੈ, ਉਹ ਨਕਲੀ ਹੈ, ਅਸਲੀ ਹੋਰ ਹੈ। ਵਾਸਤਵਿਕ ਦੇ ਵਿੱਚ ਠੀਕ ਹੋ ਰਿਹਾ ਹੈ। ਜੇ ਨਕਲੀ ਦਾ ਪਤਾ ਲੱਗਣ ਲੱਗ ਜਾਵੇ ਫਿਰ ਨਕਲੀ ਵੱਲੋਂ ਧਿਆਨ ਹਟਣਾ ਸ਼ੁਰੂ ਹੋ ਜਾਂਦਾ ਹੈ। ਸੰਸਾਰ ਨਕਲੀ ਲੱਗਣ ਲੱਗ ਜਾਵੇ, ਜਿਹੜੀ ਚੀਜ਼ ਤੁਹਾਨੂੰ ਨਕਲੀ ਲੱਗਦੀ ਹੈ, ਨਕਲੀ ਦਾ ਅਰਥ ਭਰਮ ਭੁਲੇਖਾ, ਤੇ ਉੱਧਰੋਂ ਤੁਸੀਂ ਹਟ ਹੀ ਜਾਓਗੇ ਨਾ ਤੇ ਧਿਆਨ ਹਟੇਗਾ। ਇਹ ਸ਼ੁਭ ਹੋ ਰਿਹਾ ਹੈ ਵੀ ਨਕਲੀ ਜੋ ਕੁਛ ਦੇਖ ਰਹੇ ਤੁਸੀਂ, ਤਦੇ ਤੇ ਮਿਟ ਰਿਹਾ ਹੈ, ਅਸਲੀ ਥੋੜ੍ਹੀ ਹੈ।
ਅਸਲੀ ਇਹਦੇ ਪਿੱਛੇ ਹੈ। ਤੇ ਇੱਧਰੋਂ ਧਿਆਨ ਹਟੇਗਾ, ਤੁਸੀਂ ਅਸਲੀ ਵੱਲ ਜਾਓਗੇ, ਪਰ ਅਸਲੀ ਦੀ ਵਿਆਖਿਆ ਨਹੀਂ ਕਰ ਸਕਦੇ ਤੁਸੀਂ। ਤੇ ਨਾ ਹੀ ਵਿਆਖਿਆ ਕਰਨੀ ਹੈ। ਹੁਣ ਕਈ ਗੁਰਮੁਖ ਪਿਆਰੇ ਜਦੋਂ ਉਹਨਾਂ ਨੂੰ ਕੋਈ ਅਨੁਭਵ ਹੁੰਦਾ ਹੈ, ਐਸੀਆਂ ਮਾਈਆਂ ਵੀ ਹਨ, ਟੈਲੀਫੋਨ ਕਰਦੀਆਂ ਹਨ ਵੀ ਸਾਨੂੰ ਐਸਾ ਐਸਾ ਅਨੁਭਵ ਹੋਇਆ, ਐਸਾ ਪ੍ਰਤੀਤ ਹੋਇਆ। ਉਹਦੀ ਪਹਿਲਾਂ ਵਿਆਖਿਆ ਕਰਦੀਆਂ ਹਨ, ਫਿਰ ਉਹਨਾਂ ਨੂੰ ਲੱਗਦਾ ਹੈ ਵੀ ਇਹ ਸਾਡੇ ਕਾਰਨ ਹੋ ਰਿਹਾ। ਬਹੁਤੇ ਅਭਿਆਸੀ ਐਸਾ ਹੀ ਸੋਚਦੇ ਹਨ, ਖਿਆਲ ਕਰਦੇ ਹਨ ਵੀ ਅਸੀਂ ਧਿਆਨਪੂਰਵਕ ਸੁਣਿਆ ਹੈ, ਧਿਆਨ ਦਿੱਤਾ ਹੈ, ਧਿਆਨ ਲਾਇਆ ਹੈ, ਧਿਆਨ ਟਿਕਿਆ ਹੈ, ਅਸੀਂ ਕੁਝ ਕੀਤਾ ਹੈ ਤਾਂ ਐਸਾ ਹੋਇਆ। ਤੇ ਜਦੋਂ ਆ ਜਾਵੇ ਨਾ ਵੀ ਮੈਂ ਕੁਝ ਕੀਤਾ ਹੈ, ਮੇਰੇ ਕਾਰਨ ਐਸਾ ਅਨੁਭਵ ਹੋਇਆ ਹੈ, ਤਾਂ ਉਹ ਮੈਂ ਵਿੱਚ ਆ ਗਈ। ਤੇ ਫਿਰ ਉਹ ਅਨੁਭਵ ਤੇ ਹੋਵੇਗਾ ਹੀ ਨਹੀਂ, ਪਰ ਤੁਸੀਂ ਹੋਰ ਥੱਲੇ ਨੂੰ ਆ ਜਾਓਗੇ। ਖਿਆਲ ਕਰੋ, ਦੁਨੀਆ ਦੇ ਵਿੱਚ ਅਗਰ ਤੁਸੀਂ ਕੁਝ ਕਰ ਰਹੇ ਹੋ ਜਾਂ ਕੋਈ ਵੀ ਕੁਝ ਕਰਦਾ ਹੈ ਤਾਂ ਉਹ ਸਿੱਧ ਕਰਦਾ ਹੈ ਵੀ ਮੈਂ ਕੀਤਾ, ਕਿਉਂਕਿ ਉੱਥੇ ਹੰਕਾਰ ਦੀ ਤ੍ਰਿਪਤੀ ਕਰਨੀ ਹੈ, ਲੋਕਾਂ ਨੂੰ ਦੱਸਣਾ ਹੈ ਵੀ ਆਹ ਕੰਮ ਮੈਂ ਕੀਤਾ, ਮੇਰੀ ਸਫਲਤਾ ਦੇ ਕਾਰਨ, ਮੇਰੇ ਗੁਣਾਂ ਦੇ ਕਾਰਨ, ਮੇਰੀ ਸਮਝ ਦੇ ਕਾਰਨ ਹੋਇਆ ਹੈ। ਮੈਂ ਕੀਤਾ ਵੀ ਲੋਕ ਤਾਰੀਫ ਕਰਨ, ਦੇਖਣ ਕਿ ਵਾਸਤਵਿਕ ਦੇ ਵਿੱਚ ਬਹੁਤ ਸਮਝਦਾਰ ਹੈ। ਤੇ ਦੁਨੀਆ ਦੇ ਵਿੱਚ ਐਸਾ ਹੁੰਦਾ ਹੈ ਵੀ ਜੋ ਕੁਛ ਆਦਮੀ ਕਰਦਾ ਹੈ ਉਹਦੇ 'ਤੇ ਆਪਣੀ ਮੋਹਰ ਲਾ ਲੈਂਦਾ ਹੈ। ਇਸੇ ਕਰਕੇ ਹੀ ਪਰਮਾਤਮਾ ਤੋਂ ਦੂਰ ਹੈ, ਹੰਕਾਰ ਵੱਧਦਾ ਹੈ। ਪਰ ਧਾਰਮਿਕ ਜਗਤ ਦੇ ਵਿੱਚ ਵੀ ਐਸਾ ਹੀ ਹੁੰਦਾ ਹੈ। ਜੋ ਕੁਛ ਹੁੰਦਾ ਹੈ ਤੁਹਾਡੇ ਅੰਦਰ ਘਟਦਾ ਹੈ, ਅਗਰ ਤੁਸੀਂ ਉਹਦੀ ਵਿਆਖਿਆ ਕਰਕੇ ਇਹ ਸਮਝਣ ਲੱਗ ਜਾਓ ਵੀ ਇਹ ਮੇਰੇ ਕਾਰਨ ਹੋਇਆ ਹੈ, ਮੈਂ ਐਸਾ ਐਸਾ ਕੀਤਾ ਹੈ ਤਾਂ ਹੋਇਆ ਹੈ, ਐਸਾ ਐਸਾ ਸਮਝਿਆ ਹੈ ਤਾਂ ਹੋਇਆ, ਮੇਰੀ ਸਾਧਨਾ ਕਾਰਨ ਹੋਇਆ ਹੈ, ਤੇ ਜਿੱਥੇ ਮੈਂ ਆ ਗਈ ਉੱਥੇ ਤੁਸੀਂ ਭ੍ਰਿਸ਼ਟ ਹੋ ਗਏ। ਉੱਥੇ ਅੱਗੇ ਨਹੀਂ ਗਏ, ਪਿੱਛੇ ਨੂੰ ਆ ਗਏ। ਬਹੁਤ ਸਾਰੇ ਤਪੀਸਰ, ਮੁਨੀਸਰ, ਸਾਧਕ ਕਹਿੰਦੇ ਹਨ ਨਾ ਭ੍ਰਿਸ਼ਟ ਹੋ ਗਏ। ਭ੍ਰਿਸ਼ਟ ਹੋਏ ਮੈਂ ਕਾਰਨ, ਵੀ ਮੈਂ ਇੰਨੀ ਤਪੱਸਿਆ ਕੀਤੀ, ਮੈਨੂੰ ਗਿਆਨ ਹੋ ਗਿਆ, ਕੁਛ ਨਾ ਕੁਛ ਅਨੁਭਵ ਹੋਇਆ, ਕੁਛ ਜਾਣਿਆ ਤੇ ਮੈਨੂੰ ਹੋਇਆ, ਤੇ ਮੈਂ ਆ ਗਈ ਤੇ ਵਾਪਸ ਫਿਰ ਸੰਸਾਰ ਹੰਕਾਰ ਆ ਗਈ, ਹਉਂ ਆ ਗਈ। ਤੇ ਜਿੱਥੇ ਵੀ ਹਉਂ ਆ ਜਾਵੇ, ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਸੰਸਾਰ ਦੇ ਵਿੱਚ ਤਾਂ ਚਲੋ ਹਾਨੀ ਨਹੀਂ ਹੈ ਇੰਨੀ, ਸਾਰੇ ਹੀ ਹੰਕਾਰੀ ਹਨ, ਹੰਕਾਰ ਹੀ ਵੱਧਦਾ ਹੈ ਸੰਸਾਰ ਦੇ ਵਿੱਚ ਤੇ ਵੱਧ ਹੀ ਰਿਹਾ। ਪਰ ਇਸ ਮਾਰਗ 'ਤੇ ਤੁਸੀਂ ਹੰਕਾਰ ਨੂੰ ਮਿਟਾਉਣਾ ਹੈ, ਖਿਆਲ ਵਿੱਚ ਰੱਖੋ। ਇਹ ਮਾਰਗ ਹੀ ਹੰਕਾਰ ਨੂੰ ਮਿਟਾਉਣ ਵਾਲਾ, ਮੈਂ ਨੂੰ ਮਿਟਾਉਣ ਵਾਲਾ। ਤਾਂ ਅਗਰ ਇਹਦੇ ਵਿੱਚ ਵੀ ਮੈਂ ਆ ਜਾਵੇ, ਇਸੇ ਕਰਕੇ ਇਹ ਸਤਿਗੁਰੂ ਦੀ ਲੋੜ ਪੈਂਦੀ ਹੈ ਨਾ, ਮੈਂ ਨੂੰ ਮਿਟਾਉਣ ਵਾਸਤੇ। ਖਿਆਲ ਵਿੱਚ ਰੱਖੋ, ਹੋਰ ਕੁਝ ਨਹੀਂ ਕਰਦਾ ਹੈ, ਸਿਰਫ ਮੈਂ ਜਿਹੜੀ ਹੈ ਨਾ ਉਹਦਾ ਸਹਾਰਾ ਬਣਦਾ ਹੈ। ਤੁਸੀਂ ਮੈਂ ਨੂੰ ਸਮਰਪਿਤ ਕਰ ਪਾਉਂਦੇ ਹੋ। ਹੁਣ ਤੁਸੀਂ ਸੁਣ ਰਹੇ ਹਨ ਬਹੁਤ ਸਾਰੇ ਪ੍ਰੇਮੀ ਰੋਜ਼, ਤਾਂ ਉਹਨਾਂ ਨੂੰ ਲੱਗਦਾ ਹੈ ਵੀ ਇਹ ਤਾਂ ਕੁਛ ਬੋਲ ਹੀ ਰਹੇ ਹਨ, ਕਰਦੇ ਕੁਝ ਵੀ ਨਹੀਂ ਰਹੇ ਹਨ। ਅਤੇ ਸੁਣਦੇ ਅਸੀਂ, ਕਮਾਉਂਦੇ ਅਸੀਂ, ਧਿਆਨ ਅਸੀਂ ਕਰਦੇ, ਸਾਧਨਾ ਅਸੀਂ ਕਰਦੇ, ਅਤੇ ਸ਼੍ਰੇ ਇਹਨਾਂ ਨੂੰ ਕਿਉਂ ਦੇਈਏ ਵੀ ਇਹਨਾਂ ਦੇ ਕਾਰਨ ਹੋ ਰਿਹਾ। ਇਹ ਗੱਲ ਖਿਆਲ ਵਿੱਚ ਵੀ ਆਉਂਦੀ ਹੈ। ਖਿਆਲ ਵਿੱਚ ਰੱਖਿਓ, ਕੋਈ ਨਹੀਂ ਦੇਣਾ ਚਾਹੁੰਦਾ ਹੈ ਦੂਸਰੇ ਨੂੰ ਸ਼੍ਰੇ, ਅਗਰ ਤੁਹਾਨੂੰ ਕੋਈ ਅਨੁਭਵ ਹੁੰਦਾ ਹੈ। ਇਹੋ ਹੀ ਸੰਸਾਰ ਵਿੱਚ ਫਸਣ ਦਾ ਕਾਰਨ ਹੈ। ਖਿਆਲ ਵਿੱਚ ਰੱਖੋ। ਫਿਰ ਮੈਂ ਵਾਰ-ਵਾਰ ਕਹਿਣਾ ਹਾਂ,
ਵੀ ਤੁਸੀਂ ਸਰੇ ਜਿਹੜਾ ਹੈ ਨਾ ਦੂਸਰੇ ਨੂੰ ਨਹੀਂ ਦੇਣਾ ਚਾਹੁੰਦੇ। ਤੁਸੀਂ ਕਹਿੰਦੇ ਹੋ ਵੀ ਮੈਂ ਤਾਂ ਫਿਰ ਕੁਝ ਵੀ ਨਹੀਂ ਹੋਇਆ, ਮੈਂ ਕੁਝ ਵੀ ਨਹੀਂ ਕੀਤਾ। ਜਦੋਂ ਤੁਸੀਂ ਕਹਿੰਦੇ ਹੋ ਮੈਂ ਕੁਝ ਕੀਤਾ ਹੈ, ਮੇਰੇ ਕਾਰਨ ਹੋਇਆ ਹੈ, ਮੇਰੇ ਦੁਆਰਾ ਹੋਇਆ ਹੈ, ਉਦੋਂ ਮੈਂ ਆ ਗਈ। ਤੁਸੀਂ ਮੈਂ ਨਾਲ ਜੁੜ ਗਏ, ਅਹੰ ਭਾਵ ਦੇ ਨਾਲ ਜੁੜ ਗਏ। ਉਹ ਹੀ ਹੰਕਾਰ ਜਿਹੜਾ ਹੈ ਨਾ ਬੰਧਨ ਹੈ। ਮੈਂ ਹੀ ਤੇ ਜੁਦਾ ਹੋ ਰਹੀ ਹੈ ਪ੍ਰਮਾਤਮਾ, ਤੇ ਗੁਰਮੁਖ ਸਮਰਪਿਤ ਕਰਦਾ ਹੈ ਮੈਂ ਨੂੰ। ਕਹਿੰਦਾ ਹੈ ਗੁਰ ਪ੍ਰਸਾਦ, ਗੁਰ ਕਿਰਪਾ, ਗੁਰੂ ਦੀ ਬਖਸ਼ਿਸ਼ ਦੁਆਰਾ ਹੋ ਰਿਹਾ ਹੈ। ਮੇਰੇ ਵੱਸ ਦੀ ਗੱਲ ਥੋੜ੍ਹੀ, ਮੈਂ ਕੀ ਕਰ ਸਕਦਾ, ਮੈਂ ਕਿੱਥੇ ਕਰਨ ਯੋਗ ਹਾਂ। ਮੈਨੂੰ ਕੀ ਪਤਾ ਸੀ, ਮੈਨੂੰ ਤੇ ਖਿਆਲ ਵੀ ਨਹੀਂ ਸੀ। ਉਹਨਾਂ ਨੇ ਸਮਝਾਇਆ, ਉਹਨਾਂ ਨੇ ਕਰਾਇਆ, ਉਹਨਾਂ ਦੁਆਰਾ ਹੋਇਆ, ਉਹਨਾਂ ਦੀ ਬਖਸ਼ਿਸ਼। ਫਿਰ ਗੁਰੂ ਵੀ ਕੁਝ ਨਹੀਂ ਕਰਦਾ ਹੈ। ਉਹ ਕੁਝ ਕਰਦਾ ਨਹੀਂ ਹੈ, ਫਿਰ ਖਿਆਲ ਵਿੱਚ ਰੱਖੋ। ਉਹ ਸਰੇ ਆਪਣੇ 'ਤੇ ਨਹੀਂ ਲੈਂਦਾ ਹੈ। ਉਹ ਕਹਿੰਦਾ ਹੈ ਸਭ ਪਰਮਾਤਮਾ ਦੁਆਰਾ ਹੋ ਰਿਹਾ ਹੈ। ਗੁਰੂ ਸ਼ਿਸ਼ ਦਾ ਖੇਲ ਵੀ ਪਰਮਾਤਮਾ ਦੁਆਰਾ ਹੀ ਹੋ ਰਿਹਾ ਹੈ। ਆਪੇ ਉਹ ਗੁਰੂ ਦੁਆਰਾ ਬੋਲਦਾ ਹੈ, ਉਪਦੇਸ਼ ਦਿੰਦਾ ਹੈ। ਅਤੇ ਉਪਦੇਸ਼ ਹੀ ਨਹੀਂ ਦਿੰਦਾ, ਬਹੁਤ ਕੁਛ ਹੋਰ ਵੀ ਦਿੰਦਾ ਹੈ ਜੋ ਸਾਹਮਣੇ ਨਜ਼ਰ ਨਹੀਂ ਆਉਂਦਾ ਹੈ ਤੁਹਾਨੂੰ। ਅਦ੍ਰਿਸ਼ਟ ਹੈ, ਸੂਖਸ਼ਮ ਹੈ। ਉਹਦੀ ਵਿਆਖਿਆ ਵੀ ਨਾ ਕਰਿਓ, ਤੁਹਾਨੂੰ ਸਮਝ ਵਿੱਚ ਵੀ ਨਹੀਂ ਆਉਣੀ। ਜੋ ਉਹ ਦਿੰਦਾ ਹੈ ਸ਼ਬਦਾਂ ਦੁਆਰਾ, ਸ਼ਬਦਾਂ ਦੀਆਂ ਪੁੜੀਆਂ ਵਿੱਚ, ਜਿਵੇਂ ਕੋਈ ਦਵਾਈ ਦਿੰਦਾ ਹੈ ਨਾ, ਦਵਾ ਮੈਡੀਸਨ ਪੁੜੀਆਂ ਦੇ ਵਿੱਚ ਦੇ ਰਿਹਾ, ਪਰ ਬਹੁਤ ਸੂਖਸ਼ਮ ਹੈ, ਉਹਦਾ ਪਤਾ ਵੀ ਨਹੀਂ ਲੱਗਦਾ ਹੈ। ਪਰ ਉਹ ਸਰੇ ਆਪਣੇ 'ਤੇ ਨਹੀਂ ਲੈਂਦਾ ਹੈ। ਉਹ ਕਹਿੰਦਾ ਹੈ ਪਰਮਾਤਮਾ ਦੇ ਹੁਕਮ ਦੁਆਰਾ, ਪਰਮਾਤਮਾ ਦੁਆਰਾ, ਪਰਮਾਤਮਾ ਹੀ ਕਰਾ ਰਿਹਾ ਹੈ। ਉਹ ਤਾਂ ਹੈ ਹੀ ਨਹੀਂ। ਜਿਹੜਾ ਹੈ ਹੀ ਨਹੀਂ ਉਹ ਹੀ ਤਾਂ ਗੁਰੂ ਹੈ। ਜਿਵੇਂ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਕੋਲ ਰਹਿ ਰਹੇ ਹਨ, ਉਹ ਜਦੋਂ ਰਹਿੰਦੇ ਹਨ ਉਹਨਾਂ ਕੋਲ, ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਨ, ਅਤੇ ਉਹਨਾਂ ਨੂੰ ਲੱਗਦਾ ਹੈ ਵੀ ਗੁਰੂ ਕਿਰਪਾ ਦੁਆਰਾ ਹੋਏਗਾ। ਪਰ ਗੁਰੂ ਕਹਿੰਦਾ ਹੈ ਨਹੀਂ, ਇਹ ਪਰਮਾਤਮਾ ਦੁਆਰਾ ਹੋਇਆ ਹੈ, ਵੀ ਪਰਮਾਤਮਾ ਹੀ ਤੈਨੂੰ ਲੈ ਕੇ ਆਇਆ ਹੈ। ਫਿਰ ਦੂਸਰੀ ਗੱਲ ਇਹ ਹੈ ਵੀ ਦੇਖੋ, ਤੁਸੀਂ ਖਿਆਲ ਕਰੋ, ਗੁਰੂ ਕੋਲ ਜਦੋਂ ਸ਼ਿਸ਼ ਰਹਿੰਦਾ ਹੈ ਨਾ, ਫਿਰ ਗੁਰੂ ਕੋਈ ਵੀ ਸਾਧਨਾ ਨਹੀਂ ਦੱਸਦਾ ਹੈ। ਜਾਗਰਤ ਪੁਰਸ਼ ਕੋਈ ਸਾਧਨਾ ਨਹੀਂ ਦੱਸਦਾ ਹੈ। ਉਹਦੇ ਕੋਲ ਰਹਿਣਾ ਹੀ, ਉਹਨੂੰ ਪੂਰਾ ਦਾ ਪੂਰਾ ਸਵੀਕਾਰ ਕਰਨਾ ਹੀ ਸਾਧਨਾ ਹੈ। ਇਹੋ ਹੀ ਮੈਂ ਕਹਿ ਰਿਹਾ ਨਾ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰੂ ਤੁਮਰੇ ਕਾਜ ਸਵਾਰੇ। ਉਹਦੇ ਕੋਲ ਥਿਰ ਹੋ ਕੇ ਜਿਹੜਾ ਬੈਠ ਗਿਆ, ਉਹਦੇ ਵੱਲ ਮੂੰਹ ਕਰਕੇ ਸਮਰਪਿਤ ਹੋ ਕੇ ਜਿਹੜਾ ਗੁਰੂ ਵੱਲ ਬੈਠ ਗਿਆ, ਤਾਂ ਸਤਿਗੁਰ ਉਹਦੇ ਕਾਰਜ ਸਵਾਰ ਦਿੰਦਾ। ਵਾਸਤਵਿਕ ਕਾਰਜ, ਜਿਹੜੇ ਕਾਰਜ ਕਰਕੇ ਉਹ ਆਇਆ ਹੈ ਸਤਿਗੁਰੂ ਕੋਲ। ਸੰਸਾਰੀ ਕਾਰਜ ਤੇ ਦੁਨੀਆ ਸਵਾਰਦੀ ਹੈ। ਸੰਸਾਰੀ ਕੋਈ ਬੰਦਾ ਜਿਹੜਾ ਕੰਮ ਸਵਾਰ ਨਹੀਂ ਸਕਦਾ, ਕਾਰਜ ਸਵਾਰ ਨਹੀਂ ਸਕਦਾ, ਉਹ ਕਾਰਜ ਸਤਿਗੁਰੂ ਸਵਾਰਦਾ ਹੈ। ਉਸ ਕਾਰਜ ਵੱਲ ਇਸ਼ਾਰਾ ਹੈ, ਪਰਮਾਤਮਾ ਦਾ ਮਿਲਾਪ, ਤਾਂ ਉਹ ਸਹਿਜੇ ਕਰਵਾਉਂਦਾ ਹੈ। ਫਿਰ ਉਹ ਕੋਈ ਸਾਧਨਾ, ਕੋਈ ਵਿਧੀ, ਕੋਈ ਜੁਗਤੀ ਨਹੀਂ ਦੱਸਦਾ ਹੈ। ਹੁਣ ਗੁਰੂ ਰਾਮਦਾਸ ਜੀ ਜਾਂ ਗੁਰੂ ਅਮਰਦਾਸ ਜੀ ਰਹੇ ਹਨ, ਤਾਂ ਸਤਿਗੁਰੂ ਦੀ ਸੇਵਾ ਹੀ ਕਰਦੇ ਰਹੇ ਹਨ। ਉਹਨਾਂ ਨੂੰ ਕੋਈ ਅਭਿਆਸ ਥੋੜ੍ਹੀ ਦੱਸਦੇ ਸਨ, ਧਿਆਨ ਦੀਆਂ ਵਿਧੀਆਂ ਨਹੀਂ ਦੱਸਦੇ, ਕਿਉਂਕਿ ਸਤਿਗੁਰੂ ਕੋਲ ਸਮਰਪਿਤ ਹੋ ਕੇ ਰਹਿਣਾ ਹੀ ਧਿਆਨ ਹੈ। ਜਿਹਦੇ ਨਾਲ ਪ੍ਰੇਮ ਹੈ, ਉਹਦੇ ਨਾਲ ਧਿਆਨ ਹੁੰਦਾ ਹੈ। ਖਿਆਲ ਵਿੱਚ ਰੱਖੋ, ਪ੍ਰੇਮ ਹੀ ਧਿਆਨ ਹੈ, ਅਤੇ ਜਿੱਥੇ ਪ੍ਰੇਮ ਨਹੀਂ ਹੈ ਉੱਥੇ ਧਿਆਨ ਨਹੀਂ ਹੋ ਸਕਦਾ। ਹੁਣ ਜਿਹਨੂੰ ਪ੍ਰੇਮ ਨਹੀਂ ਹੈ ਤੁਸੀਂ ਕਰਦੇ, ਉਹਦਾ ਧਿਆਨ ਕਰ ਸਕਦੇ ਹੋ, ਅਤੇ ਜਿਹਦੇ ਨਾਲ ਪ੍ਰੇਮ ਹੈ ਉਹਦਾ ਸਹਿਜੇ ਹੀ ਧਿਆਨ ਹੁੰਦਾ ਹੈ। ਅਤੇ ਜਿਹਨੂੰ ਪ੍ਰੇਮ ਸੀ ਬਾਬੇ ਲਹਿਣੇ ਨੂੰ, ਬਾਬੇ ਨਾਨਕ ਜੀ ਦੇ ਨਾਲ,
ਤੇ ਉਹਨਾਂ ਦਾ ਧਿਆਨ ਹੋ ਰਿਹਾ ਸੀ। ਜਦੋਂ ਉਹ ਇਸ਼ਾਰਾ ਕਰਦੇ ਸਨ, ਹੁਕਮ ਕਰਦੇ ਸਨ, ਬਸ ਉਸ ਢੰਗ ਦੇ ਨਾਲ ਉਹ ਕਰੀ ਜਾਂਦੇ ਸਨ, ਸੋਚਦੇ ਨਹੀਂ ਸਨ। ਗੁਰੂ ਕੋਲ ਸੋਚ ਵਿਚਾਰ ਬੰਦ ਹੋ ਜਾਂਦੀ ਹੈ, ਕਿਉਂਕਿ ਉਹ ਸਮਰਪਿਤ ਹੋ ਜਾਂਦਾ ਹੈ ਸ਼ਿਸ਼, ਤੇ ਸਹਿਜ ਹੁੰਦਾ ਹੈ। ਸ਼ਿਸ਼ ਨੂੰ ਵੀ ਨਹੀਂ ਪਤਾ ਲੱਗਦਾ ਹੈ ਵੀ ਕਿਵੇਂ ਹੋਇਆ ਹੈ। ਤੇ ਗੁਰੂ ਫਿਰ ਨਵੇਂ ਜਿਹੜੇ ਕਰਮ ਹਨ ਨਾ, ਜਿਵੇਂ ਇਹ ਸ਼ਬਦ ਵਿੱਚ ਲਿਖਿਆ ਹੈ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਾਏ। ਕਾਗਜ਼ ਕਰਨੀ, ਮਨ ਜਿਹੜਾ ਉਹ ਛਾਈ ਹੈ, ਉਹਦੇ 'ਤੇ ਤੁਸੀਂ ਲੇਖ ਲਿਖ ਰਹੇ ਹੋ ਰੋਜ਼। ਇਹ ਫਿਰ ਸਾਰਾ ਕੁਛ ਗੁਰੂ ਲੈ ਲੈਂਦਾ। ਗੁਰੂ ਕਹਿੰਦਾ ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤੋ ਗੁਣ ਨਾਹੀ ਅੰਤਰੇ। ਵੀ ਉਹ ਜੋ ਚਲਾ ਰਿਹਾ ਤੂੰ ਉਹਨੂੰ ਚਲਾਉਣ ਦਿਓ, ਤੁਸੀਂ ਲਿਖੋ ਹੀ ਨਾ। ਉਹ ਕਲਮ ਦਵਾਤ ਹੀ ਲੈ ਲੈਂਦਾ, ਉਹ ਕਾਗਜ਼ ਵੀ ਲੈ ਲੈਂਦਾ। ਅਤੇ ਜਦੋਂ ਨਵੇਂ ਲੇਖ ਲਿਖੇ ਨਹੀਂ ਜਾਂਦੇ ਹਨ ਅਤੇ ਪੁਰਾਣੇ ਮਿਟਦੇ ਹਨ। ਕਹਿੰਦੇ ਨਾ ਗੁਰੂ ਲੇਖ ਮਿਟਾਉਂਦਾ ਹੈ ਅਤੇ ਸਹਿਜ ਮਿਟਦੇ ਹਨ, ਸੁਭਾਵਿਕ ਮਿਟਦੇ ਹਨ। ਉਹ ਕੁਛ ਕਰਦਾ ਨਹੀਂ ਹੈ, ਕੁਛ ਦੱਸਦਾ ਨਹੀਂ। ਕਈ ਵਾਰ ਮੇਰੇ ਕੋਲ ਵੀ ਪ੍ਰੇਮੀ ਰਹੇ ਹਨ, ਰਹਿੰਦੇ ਹਨ, ਜਿਵੇਂ ਇਹ ਗੁਰਪ੍ਰੀਤ ਵੀ ਰਿਹਾ ਸੀ ਪਿੱਛੇ ਜਿਹੇ। ਅਤੇ ਮੈਂ ਕਿਸੇ ਨੂੰ ਕੁਛ ਕਰਨ ਵਾਸਤੇ ਨਹੀਂ ਕਹਿੰਦਾ ਹਾਂ ਜਦੋਂ ਮੇਰੇ ਕੋਲ ਹੁੰਦਾ ਹੈ ਕੋਈ, ਨਾ ਕੋਈ ਸਾਧਨਾ, ਨਾ ਕੋਈ ਜਪ ਤਪ, ਨਾ ਮੈਂ ਕਹਿੰਦਾ ਸਾਜਰੇ ਉੱਠ ਕੇ ਬਾਣੀ ਪੜ੍ਹੋ, ਨਾ ਇਸ਼ਨਾਨ ਕਰੋ। ਇਹਨਾਂ ਨੂੰ ਪਤਾ ਹੀ ਹੋਵੇਗਾ ਸਾਰਿਆਂ ਨੂੰ, ਕੁਛ ਨਹੀਂ ਕਹਿੰਦਾ ਹਾਂ। ਫਿਰ ਵੀ ਬਹੁਤ ਕੁਛ ਹੁੰਦਾ ਹੈ। ਰਹਿਣ ਨਾਲ ਹੀ ਹੁੰਦਾ ਹੈ, ਪਰ ਜਿਹੜੇ ਸਵੀਕਾਰ ਭਾਵ ਦੇ ਵਿੱਚ ਰਹਿੰਦੇ ਆ ਉਹਨਾਂ ਨਾਲ ਹੁੰਦਾ ਹੈ। ਜਿਹੜੇ ਹੁਣ ਪਿੱਛੇ ਧਿਆਨ ਰੱਖਦੇ ਹਨ, ਬੁੱਧੋ ਰੱਦੀ ਰਹਿ ਰਹੇ ਹਨ, ਜਾਣਾ ਚਾਹੁੰਦੇ ਹਨ, ਰਹਿਣਾ ਨਹੀਂ ਚਾਹੁੰਦੇ ਹਨ, ਅਤੇ ਉਹਨਾਂ ਨਾਲ ਨਹੀਂ ਹੁੰਦਾ ਹੈ ਐਸਾ। ਜਿਹੜੇ ਸਵੀਕਾਰ ਭਾਵ ਦੇ ਵਿੱਚ ਰਹਿੰਦੇ ਹਨ, ਪ੍ਰੇਮ ਕਰਕੇ ਰਹਿੰਦੇ ਹਨ, ਭਾਵਨਾ ਕਰਕੇ ਰਹਿੰਦੇ ਹਨ, ਜਿਨ੍ਹਾਂ ਦਾ ਧਿਆਨ ਪਿੱਛੇ ਨਹੀਂ ਜਾਂਦਾ, ਰਹਿਣ ਵਿੱਚ ਆਨੰਦਮਈ ਹਨ।